ਤੇ ਤੁਹਾਡੇ ਵਰਗੀ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਕੰਮ ਕੀਤੇ ਆ, ਚਾਹੇ ਡਾਊਨਟਾਊਨ ਜਾ ਕੇ ਰਹਿਣਾ ਹੋਵੇ ਤੇ ਚਾਹੇ ਵਕਾਲਤ ਕਰਨੀ ਹੋਵੇ ਆਪਣੇ ਏਰੀਏ ਦੇ ਲੋਕਾਂ ਦੀ, ਬਹੁਤ ਵੱਡੇ ਕੰਮ ਕੀਤੇ ਗਏ ਨੇ। ਤੇ ਹੁਣ ਜਦੋਂ ਕੈਬਨਿਟ ਸ਼ਫਲ ਹੋਇਆ ਤੇ ਉਹਦੇ ਵਿੱਚ ਤੁਹਾਨੂੰ ਵਪਾਰ ਦੇ ਨਾਲ ਸੰਬੰਧਿਤ ਅਹੁਦਾ ਵੀ ਦਿੱਤਾ ਗਿਆ। ਆਪਣੇ ਅਹੁਦੇ ਬਾਰੇ ਵੀ ਦੱਸੋ ਸਾਡੇ ਵਿਊਅਰਸ ਨੂੰ। ਜਿਹੜੀ ਮੇਰੀ ਜ਼ਿੰਮੇਵਾਰੀ ਮੋਟੇ ਤੌਰ ਦੇ ਉੱਤੇ ਜਿਹੜੀ ਲਾਈ ਗਈ ਜੀ, ਉਹਨਾਂ ਨੇ ਉਹਦੇ 'ਚ ਜਿਹੜਾ BC ਦੇ ਲੋਕਾਂ ਦੀ ਵਿਸ਼ੇਸ਼ ਤੌਰ ਤੇ ਜਿਹੜਾ BC ਦਾ ਬਿਜ਼ਨਸ ਹੈ ਤਾਂ ਉਸ ਨੂੰ ਜਿਹੜਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਉਹਦਾ ਟ੍ਰੇਡ ਹੈ ਉਸ ਟ੍ਰੇਡ ਨੂੰ ਸਟਰੈਂਥਨ ਕਰਨਾ ਜਾਂ ਉਹਦੀ ਡਿਵਰਸਿਫਿਕੇਸ਼ਨ ਕਰਨੀ, ਸੂਬਿਆਂ ਦੇ ਨਾਲ ਵੀ ਸੰਬੰਧ ਜਿਹੜੇ ਕੀਤੇ ਜਾਣ। ਕੀ ਇਹ ਵੀ ਲਿਸਟ ਦੇ ਵਿੱਚ ਹੈਗਾ ਕਿ ਇਹ ਟ੍ਰੇਡ ਨੂੰ ਹੋਰ ਅੱਗੇ ਕਿੰਨਾ ਕੁ ਜ਼ਿਆਦਾ ਵਧਾਇਆ ਜਾਵੇ ਤਾਂ ਕਿ ਹੋਰ ਲੋਕ ਇਹਦੇ ਨਾਲ ਜੁੜਨ? ਪਰ ਮੋਟੇ ਤੌਰ ਦੇ ਉੱਤੇ ਮੈਂ ਹੁਣ ਇਹ ਕਹਿ ਸਕਦਾ ਕਿ ਵੀ ਜਿਹੜਾ ਸਾਡਾ ਬਹੁਤ ਸਾਰੇ ਮੁਲਕਾਂ ਦੇ ਨਾਲ ਆਲਰੇਡੀ ਟ੍ਰੇਡ ਚੱਲ ਰਿਹਾ, ਸਾਡੇ ਉੱਥੇ ਦਫ਼ਤਰ ਨੇਗੇ ਜਿਹੜੇ ਇੱਥੋਂ ਦੇ ਬਿਜ਼ਨਸਮੈਨ ਨੂੰ ਜੇ ਉੱਥੇ ਕਿਸੇ ਨੇ ਜਾ ਕੇ ਕੋਈ ਟ੍ਰੇਡ ਕਰਨਾ ਤੇ ਉਹਨੂੰ ਸਪੋਰਟ ਕਰਦੇ ਆ, ਲੋਕਲ ਮਾਰਕੀਟ ਦੇ ਵਿੱਚ ਕਿਵੇਂ ਤੁਸੀਂ ਪਹੁੰਚਦੇ ਕਰਨਾ, ਲੋਕਲ ਮਾਰਕੀਟ ਨੂੰ ਐਕਸੈਸ ਕਿਵੇਂ ਕਰਨਾ, ਜਾਂ ਉੱਥੇ ਲੋਕਲ ਕੋਈ ਸਪੋਰਟ ਦੀ ਲੋੜ ਹੈ, ਕਿਸੇ ਕਨੈਕਸ਼ਨ ਦੀ ਲੋੜ ਹੈ। ਪ੍ਰੀਮੀਅਰ AB ਦੀ ਜਦੋਂ ਗੱਲ ਕਰਦੇ ਆ ਤਾਂ ਪਿਛਲੇ ਮਹੀਨੇ ਉਹਨਾਂ ਨੇ ਚਾਰਜ ਭਾਗ ਸੰਭਾਲਿਆ, ਉਹਨਾਂ ਦੇ ਕੰਮ ਨੂੰ ਕਿਵੇਂ ਦੇਖਦੇ ਆ BC ਦੇ ਲਈ ਓਵਰਆਲ? ਉਹਨਾਂ ਨੂੰ ਜੇ ਆਪਾਂ ਡਿਫਾਈਨ ਕਰਨਾ ਹੋਵੇ ਤਾਂ ਉਹ ਇਹ ਹੈ ਜੀ, ਉਹ ਮੈਨ ਆਫ ਐਕਸ਼ਨ ਨੇ। ਤੇ ਜਦੋਂ ਪ੍ਰੀਮੀਅਰ ਬਣੇ ਉਹਨਾਂ ਨੇ ਆਉਂਦੇ ਹੀ ਐਲਾਨ ਕੀਤਾ ਕਿ ਕਾਸਟ ਆਫ ਲਿਵਿੰਗ ਕ੍ਰੈਡਿਟ ਦਿੱਤੇ ਜਾਣਗੇ। ਉਹਨਾਂ ਨੇ ਅਫੋਰਡੇਬਿਲਟੀ ਵਾਸਤੇ ਜੀ ਪਹਿਲਾ ਜਿਹੜਾ ਸਟੈਪ ਸੀ ਉਹਨਾਂ ਦਾ ਇਹੀ ਸੀਗਾ ਕਿ ਅਫੋਰਡੇਬਿਲਟੀ ਇਸ ਵੇਲੇ ਆਪਾਂ ਨੂੰ ਪਤਾ ਹੈ ਇਨਫਲੇਸ਼ਨ ਰੇਟ, ਜਿਹੜੀ ਇਨਫਲੇਸ਼ਨ ਹੋ ਚੁੱਕੀ ਹੈ, ਇੰਟਰਸਟ ਰੇਟ ਵੱਧ ਚੁੱਕੇ ਹੈ, ਜਿਹੜੇ ਖਰਚੇ ਵੱਧ ਚੁੱਕੇ ਹੈ, ਚਾਹੇ ਆਪਾਂ ਜਿਹੜੀ ਗੈਸ ਪ੍ਰਾਈਸ ਲਾਈਏ ਜਾਂ ਆਪਣਾ ਗਰੋਸਰੀ ਪ੍ਰਾਈਸ ਲਾਈਏ ਤੇ ਹਾਊਸਿੰਗ ਕਾਸਟ ਦਾ ਆਪਾਂ ਨੂੰ ਪਤਾ ਹੀ ਹੈ। ਹੁਣ ਐਜ਼ ਅ MLA ਤੇ ਨਾਲ ਹੁਣ ਐਜ਼ ਅ ਮਿਨਿਸਟਰ ਤੁਹਾਡੀ ਜਿਹੜੀ ਹੈ ਉਹ ਡਿਊਟੀ, ਮਿਨਿਸਟਰ ਆਫ ਸਟੇਟ, ਤੁਹਾਡੀ ਡਿਊਟੀ ਜਿਹੜੀ ਆ ਹੋਰ ਵੱਧ ਗਈ ਹੈ। ਕਿਵੇਂ ਤੁਸੀਂ ਇਹ ਬੈਲੈਂਸ ਕਰੋਗੇ? ਜਿਹੜਾ ਆਫਿਸ ਆ ਉਹ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਬਕਾਇਦਾ ਤੌਰ ਦੇ ਉੱਤੇ ਕੰਮ ਕਰਦਾ ਰਹੂਗਾ, ਬਲਕਿ ਉੱਥੇ ਵੱਧ ਕੰਮ ਹੋਊਗਾ ਕਿਉਂਕਿ ਹੁਣ ਮੇਰੇ ਕੋਲ ਥੋੜੀ ਸਟਾਫ ਵੀ ਵਧਣਾ ਔਰ ਉੱਥੇ ਆ ਕੇ ਲੋਕ ਜਿਵੇਂ ਪਹਿਲਾਂ ਹੀ ਕਰਾਉਂਦੇ ਸੀ ਉਵੇਂ ਆ ਸਕਦੇ, ਉੱਥੇ ਆ ਕੇ ਲੋਕ ਜਿਵੇਂ ਪਹਿਲਾਂ ਦੀ ਤਰ੍ਹਾਂ ਮੈਨੂੰ ਮਿਲਦੇ ਸੀ ਮੈਂ ਉਸੇ ਤਰੀਕੇ ਨਾਲ ਲੋਕਾਂ ਨੂੰ ਮਿਲਦਾ ਰਹੂੰਗਾ। ਤੁਸੀਂ ਦੇਖ ਰਹੇ ਹੋ ਸਾਂਝਾ TV, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। BC ਗਵਰਨਮੈਂਟ ਦੀ ਗੱਲ ਕਰਦੇ ਹਾਂ ਤਾਂ BC ਦੇ ਵਿੱਚ ਨਵੇਂ ਪ੍ਰੀਮੀਅਰ ਨੇ ਪਿਛਲੇ ਮਹੀਨੇ ਹਲਫ ਲਿਆ ਤੇ ਹੁਣ ਕੈਬਨਿਟ ਸ਼ਫਲ ਕੀਤਾ ਗਿਆ। ਕਈਆਂ ਦੇ ਰੋਲ ਬਦਲੇ ਗਏ ਨੇ, ਕਈਆਂ ਨੂੰ ਨਵੇਂ ਅਹੁਦੇ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਕਮਿਊਨਿਟੀ ਦੇ ਲਈ ਮਾਣ ਦੀ ਗੱਲ ਹੈ ਕਿ ਪੰਜਾਬੀ ਜਿਹੜੇ ਉੱਥੇ MLA ਸੀ ਉਹਨਾਂ ਨੂੰ ਵੀ ਮਿਨਿਸਟਰ ਦੇ ਅਹੁਦੇ ਦਿੱਤੇ ਗਏ ਨੇ। ਵਪਾਰ ਰਾਜ ਮੰਤਰੀ ਜਗਰੂਪ ਸਿੰਘ ਬਰਾੜ ਨੂੰ ਲਗਾ ਦਿੱਤਾ ਗਿਆ, ਜੋ ਕਿ ਮਾਣ ਵਾਲੀ ਗੱਲ ਹੈ। ਜਗਰੂਪ ਸਿੰਘ ਬਰਾੜ ਨੂੰ ਹਰ ਕੋਈ ਜਾਣਦਾ, ਹਰ ਕੋਈ ਵਾਕਿਫ ਹੈ, ਉਹਨਾਂ ਦੇ ਕੀਤੇ ਕੰਮਾਂ ਤੋਂ ਵਾਕਿਫ ਹੈ। ਪਰ ਇੱਕ ਵਾਰੀ ਜੇ ਉਹਨਾਂ ਬਾਰੇ ਸੰਖੇਪ ਵਿੱਚ ਦੱਸਣਾ ਹੋਵੇ ਤਾਂ ਜਗਰੂਪ ਬਰਾੜ ਪਹਿਲੀ ਵਾਰੀ 2004 ਦੇ ਵਿੱਚ ਸਰੀ ਦੇ ਵਿੱਚੋਂ ਵਿਧਾਇਕ ਚੁਣੇ ਗਏ ਸੀ ਤੇ ਫਿਰ 2013 ਤੱਕ ਸੇਵਾਵਾਂ ਦਿੰਦੇ ਰਹੇ ਤੇ ਫਿਰ 2017 ਤੇ 2020 ਦੇ ਵਿੱਚ ਸਰੀ ਫਲੀਟਵੁੱਡ ਦੇ ਵਿਧਾਇਕ ਵਜੋਂ ਉਹਨਾਂ ਨੂੰ ਦੁਬਾਰਾ ਚੁਣ ਲਿਆ ਗਿਆ ਸੀ। ਉਹਨਾਂ ਪਹਿਲਾਂ ਇੱਕ ਸਰਕਾਰੀ ਕਾਕਸ ਚੇਅਰ ਤੇ ਵਿਸ਼ੇਸ਼ ਕਮੇਟੀ ਦੇ ਚੇਅਰ ਵਜੋਂ ਵੀ ਭੂਮਿਕਾ ਨਿਭਾਈ ਹੋਈ ਹੈ। ਚੋਣ ਐਕਟ ਦੇ ਜਿਹੜੇ ਸਬੰਧ ਦੀ ਸਮੀਖਿਆ ਕਰਨ ਦੇ ਲਈ ਤੇ ਮੁੱਖ ਚੋਣ ਅਧਿਕਾਰੀ ਦੀ ਨਿਯੁਕਤੀ ਲਈ ਵਿਸ਼ੇਸ਼ ਕਮੇਟੀ ਦੇ ਮੈਂਬਰ ਵੀ ਰਹੇ ਨੇ। ਬੜੇ ਜ਼ਿਆਦਾ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਅਧਿਕਾਰਿਕ ਵਿਰੋਧੀ ਧਿਰ ਵਿੱਚ ਹੁੰਦਿਆਂ ਜਗਰੂਪ ਸਿੰਘ ਬਰਾੜ ਨੇ ਛੋਟੇ ਕਾਰੋਬਾਰ, ਸਿਹਤਮੰਦ ਰਹਿਣ ਸਹਿਣ, ਖੇਡ, ਰੁਜ਼ਗਾਰ, ਆਮਦਨੀ ਸਹਾਇਤਾ ਦੇ ਨਾਲ ਸੋਲਿਸਿਟਰ ਜਨਰਲ ਤੇ ਪਬਲਿਕ ਸੇਫਟੀ ਦੇ ਲਈ ਵੀ ਅਧਿਕਾਰਿਕ ਵਿਰੋਧੀ ਧਿਰ ਦੇ ਬੁਲਾਰੇ ਦੇ ਵਜੋਂ ਕੰਮ ਕੀਤਾ ਹੈ। ਪੰਜਾਬ ਦੇ ਨਾਲ ਗੂੜਾ ਸੰਬੰਧ ਹੈ। ਦਿਓਨ ਪਿੰਡ ਵਿੱਚ ਪੈਦਾ ਹੋਏ ਨੇ, ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਦੇ ਖਿਡਾਰੀ ਰਹੇ ਨੇ ਤੇ ਉਹਨਾਂ ਨੇ ਫਿਲਾਸਫੀ ਵਿੱਚ ਮਾਸਟਰ ਡਿਗਰੀ ਵੀ ਕੀਤੀ ਹੈ ਤੇ ਫਿਰ ਉਹ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਆਏ ਤੇ ਮੈਨੀਟੋਬਾ ਯੂਨੀਵਰਸਿਟੀ ਤੋਂ MPA ਡਿਗਰੀ ਪ੍ਰਾਪਤ ਕੀਤੀ ਹੈ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਜਗਰੂਪ ਸਿੰਘ ਬਰਾੜ ਨੇ ਜਨਤਕ ਤੇ ਗੈਰ ਲਾਭਕਾਰੀ ਖੇਤਰਾਂ ਦੇ ਵਿੱਚ ਵੀ ਕੰਮ ਕੀਤਾ ਹੈ। ਸਰੀ ਸਵੈ ਰੁਜ਼ਗਾਰ ਅਤੇ ਉਦਮੀ ਵਿਕਾਸ ਸੁਸਾਇਟੀ ਦੇ ਕਾਰਜਕਾਰੀ ਨਿਰਦੇਸ਼ਕ ਦੇ ਵਜੋਂ ਜਗਰੂਪ ਸਿੰਘ ਨੇ ਨਵੇਂ ਉਦਮੀਆਂ ਨੂੰ ਸਫਲ ਛੋਟੇ ਕਾਰੋਬਾਰੀ ਉਦਮਾਂ ਨੂੰ ਵਿਕਸਿਤ ਕਰਨ ਦੇ ਲਈ ਸ਼ੁਰੂ ਕਰਨ ਦੇ ਲਈ ਸਿਖਲਾਈ ਦਿੱਤੀ ਹੈ। ਜਗਰੂਪ ਬਰਾੜ ਕਈ ਸਾਲਾਂ ਤੋਂ ਸਰੀ ਦੇ ਭਾਈਚਾਰੇ ਦੇ ਵਿੱਚ ਸਰਗਰਮ ਸ਼ਖਸੀਅਤ ਨੇ ਤੇ ਉਹ ਇੱਕ ਸਮਰਪਿਤ ਸਥਾਨਕ ਵਲੰਟੀਅਰ ਵੀ ਨੇ ਅਤੇ ਨੌਜਵਾਨਾਂ, ਬਜ਼ੁਰਗਾਂ, ਬੇਕਰਿਆਂ ਤੇ ਨਵੇਂ ਕੈਨੇਡੀਅਨਸ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕਈ ਸਥਾਨਕ ਸੰਸਥਾਵਾਂ ਦੇ ਨਾਲ ਵੀ ਕੰਮ ਕਰ ਚੁੱਕੇ ਨੇ। ਜਗਰੂਪ ਨਿਮਨ ਵਰਗ ਦੇ ਲੋਕਾਂ ਦੇ ਲਈ ਇੱਕ ਵਕੀਲ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਗਰੀਬੀ ਹੰਢਾਰੇ ਲੋਕਾਂ ਦੀ ਭਲਾਈ ਹਿੱਤ ਕਾਰਜਸ਼ੀਲ ਨੇ। ਬੜੇ ਵੱਡੀਆਂ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਅੱਜ ਕਮਿਊਨਿਟੀ ਮਾਣ ਮਹਿਸੂਸ ਕਰਦੀ ਹੈ ਕਿ ਉਹਨਾਂ ਨੂੰ ਇੱਕ ਅਹੁਦਾ
ਸਰਕਾਰ ਦੇ ਵੱਲੋਂ ਦਿੱਤਾ ਗਿਆ, ਜਿਹੜਾ ਕਿ ਬੜਾ ਮਾਣ ਵਾਲਾ ਅਹੁਦਾ ਹੈ। ਅਹੁਦੇ ਦੇ ਉੱਤੇ ਰਹਿ ਕੇ ਕਿਹੜੇ-ਕਿਹੜੇ ਕੰਮ ਉਹਨਾਂ ਦੇ ਦੁਆਰਾ ਕੀਤੇ ਜਾਣਗੇ, ਕੀ ਕੁਝ ਅੱਗੇ ਕੀਤਾ ਜਾਊਗਾ ਤੇ BC ਸਰਕਾਰ ਇਸ ਵੇਲੇ ਕੀ ਕੁਝ ਕਰ ਰਹੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਉਹਨਾਂ ਦੇ ਨਾਲ ਸਕਾਈਪ ਦੇ ਥਰੂ ਜੁੜੇ ਹੋਏ ਨੇ, ਵਰਚੁਅਲੀ ਜੁੜੇ ਹੋਏ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ। ਬਰਾੜ ਸਾਹਿਬ, ਸਵਾਗਤ ਹੈ ਜੀ ਤੁਹਾਡਾ, ਬਹੁਤ-ਬਹੁਤ। ਅਰਸ਼ ਜੀ, ਤੁਹਾਡਾ ਤੇ ਸਾਂਝਾ ਟੀਵੀ ਦਾ ਤਹਿ ਦਿਲੋਂ ਧੰਨਵਾਦ। ਮੈਂ ਪਹਿਲੀ ਵਾਰੀ ਇੰਨੀ ਖੂਬਸੂਰਤ ਸ਼ਬਦਾਂ ਦੇ ਵਿੱਚ ਮੇਰੀ ਆਪਣੀ ਜਿਹੜੀ ਤਾਰੀਫ ਸੁਣੀ ਹੈ। ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਤੁਸੀਂ ਮੇਰੀ ਜਿਹੜੀ ਜੀਵਨੀ ਹੈ ਉਹਨੂੰ ਸੰਖੇਪ ਦੇ ਵਿੱਚ ਲੋਕਾਂ ਤੱਕ ਪਹੁੰਚਾਇਆ। ਮੈਂ ਤੁਹਾਡਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਮਿਹਰਬਾਨੀ ਕਰਦਾ, ਸ਼ੁਕਰੀਆ ਕਰਦਾ। ਬਰਾੜ ਸਾਹਿਬ, ਇਹ ਤਾਂ ਕੁਝ ਵੀ ਨਹੀਂ, ਛੋਟਾ ਜਿਹਾ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਡੇ ਬਾਰੇ ਦੱਸਿਆ ਜਾਵੇ, ਜਿਹੜੇ ਨਵੇਂ ਵੀ ਆਏ ਨੇ, ਜਿਹੜੇ ਨਵੀਂ ਇਸ ਕਮਿਊਨਿਟੀ ਦਾ ਹਿੱਸਾ ਬਣੇ ਨੇ, ਪਤਾ ਹੋਵੇ ਉਹਨਾਂ ਨੂੰ ਕਿ ਇਹ ਸ਼ਖਸੀਅਤਾਂ ਕੀ ਕੁਝ ਕਰ ਚੁੱਕੀਆਂ ਨੇ, ਕੀ ਐਕਸਪੀਰੀਅੰਸ ਹੈ ਇਹਨਾਂ ਦਾ, ਕਿਉਂ ਇਹਨਾਂ ਨੂੰ ਅਹੁਦੇ ਦਿੱਤੇ ਗਏ ਨੇ। ਕਿਉਂਕਿ ਅਹੁਦੇ ਦੇ ਉੱਤੇ ਜਦੋਂ ਕੋਈ ਸ਼ਖਸੀਅਤ ਬਹਿੰਦੀ ਹੈ ਤਾਂ ਅਹੁਦੇ ਦਾ ਮਾਣ ਹੋਰ ਉੱਚਾ ਹੋ ਜਾਂਦਾ ਹੈ। ਤੇ ਤੁਹਾਡੇ ਵਰਗੀ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਕੰਮ ਕੀਤੇ ਆ, ਚਾਹੇ ਡਾਊਨਟਾਊਨ ਜਾ ਕੇ ਰਹਿਣਾ ਹੋਵੇ ਤੇ ਚਾਹੇ ਵਕਾਲਤ ਕਰਨੀ ਹੋਵੇ ਆਪਣੇ ਏਰੀਏ ਦੇ ਲੋਕਾਂ ਦੀ, ਬਹੁਤ ਵੱਡੇ ਕੰਮ ਕੀਤੇ ਗਏ ਨੇ। ਤੇ ਹੁਣ ਜਦੋਂ ਕੈਬਨਿਟ ਸ਼ਫਲ ਹੋਇਆ ਤੇ ਉਹਦੇ ਵਿੱਚ ਤੁਹਾਨੂੰ ਵਪਾਰ ਦੇ ਨਾਲ ਸੰਬੰਧਿਤ ਅਹੁਦਾ ਵੀ ਦਿੱਤਾ ਗਿਆ। ਆਪਣੇ ਅਹੁਦੇ ਬਾਰੇ ਵੀ ਦੱਸੋ ਸਾਡੇ ਵਿਊਅਰਸ ਨੂੰ। ਜੀ ਅਰਸ਼ੀ, ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਜਿਹੜੇ ਮਾਨਯੋਗ ਪ੍ਰੀਮੀਅਰ ਨੇ ਡੇਵਿਡ ਈਬੀ ਸਾਹਿਬ ਦਾ, ਜਿਨ੍ਹਾਂ ਨੇ ਮੈਨੂੰ ਜਿਹੜੀ ਹੁਣੇ ਹੋਈ ਕੈਬਨਿਟ ਸ਼ਫਲ ਦੇ ਵਿੱਚ ਜਿਹੜਾ ਮੌਕਾ ਦਿੱਤਾ ਕਿ ਮੈਂ BC ਦੇ ਲੋਕਾਂ ਦੀ ਜਿਹੜਾ ਮਿਨਿਸਟਰ ਆਫ ਸਟੇਟ ਫਾਰ ਟ੍ਰੇਡ ਜਿਹੜੀ ਉਹਦੇ ਤੌਰ ਤੇ ਕੰਮ ਕਰਾਂ। ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਮੇਰਾ, ਉਹਨਾਂ ਨੇ ਜਿਹੜਾ ਮੇਰੇ 'ਚ ਭਰੋਸਾ ਕੀਤਾ ਉਹਨਾਂ ਨੇ। ਉਹਦੇ ਨਾਲ ਮੈਂ ਧੰਨਵਾਦ ਕਰਦਾ ਸਰੀ ਦੇ ਲੋਕਾਂ ਦਾ, ਜਿਨ੍ਹਾਂ ਨੇ ਮੈਨੂੰ 5 ਵਾਰੀ ਆਪਣਾ ਨੁਮਾਇੰਦਾ ਚੁਣ ਕੇ ਵਿਕਟੋਰੀਆ ਦੇ ਵਿੱਚ ਭੇਜਿਆ। ਮੇਰੇ ਮੱਥੇ ਤੇ ਬਹੁਤ ਵੱਡਾ ਤਾਜ ਲਾਇਆ ਕਿ ਮੈਂ ਉਹਨਾਂ ਦੀ ਨੁਮਾਇੰਦਗੀ ਕਰ ਸਕਾਂ, ਉਹਨਾਂ ਦੇ ਜਿਹੜੇ ਇਸ਼ੂ ਨੇ, ਉਹਨਾਂ ਦੇ ਜਿਹੜੇ ਮੁੱਦੇ ਨੇ, ਉਹਨਾਂ ਨੂੰ ਉੱਥੇ ਉਠਾ ਸਕਾਂ। ਮੈਂ ਉਹਨਾਂ ਲੋਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਮੈਨੂੰ ਮਦਦ ਕੀਤੀ ਹੈ ਪਿਛਲੀਆਂ 5 ਚੋਣਾਂ ਦੇ ਵਿੱਚ, ਉਹਨਾਂ ਦਾ ਵੀ ਸ਼ੁਕਰੀਆ ਜੀ। ਜਿਹੜੀ ਮੇਰੀ ਜ਼ਿੰਮੇਵਾਰੀ ਮੋਟੇ ਤੌਰ ਦੇ ਉੱਤੇ ਜਿਹੜੀ ਲਾਈ ਗਈ ਹੈ ਜੀ, ਉਹਨਾਂ ਨੇ ਉਹਦੇ 'ਚ ਜਿਹੜਾ BC ਦੇ ਲੋਕਾਂ ਦੀ ਵਿਸ਼ੇਸ਼ ਤੌਰ ਤੇ ਜਿਹੜਾ BC ਦਾ ਬਿਜ਼ਨਸ ਹੈ ਤਾਂ ਉਸ ਨੂੰ ਜਿਹੜਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਉਹਦਾ ਟ੍ਰੇਡ ਹੈ, ਉਸ ਟ੍ਰੇਡ ਨੂੰ ਸਟਰੈਂਥਨ ਕਰਨਾ ਜਾਂ ਉਹਦੀ ਡਿਵਰਸੀਫਿਕੇਸ਼ਨ ਕਰਨੀ, ਉਹ ਮੇਰੀ ਜ਼ਿੰਮੇਵਾਰੀ ਹੈਗੀ ਹੈ ਕਿ BC ਦੇ ਜਿਹੜਾ ਖਾਸ ਕਰਕੇ ਬਿਜ਼ਨਸ ਨੇ, ਜਿੰਨੀਆਂ ਵੀ ਇੱਥੇ ਗੁੱਡਸ ਜਿਹੜੀਆਂ ਹੈਗੀਆਂ ਮੇਡ ਇਨ BC ਗੁੱਡਸ ਨੇ ਜਾਂ ਸਰਵਿਸਿਜ਼ ਨੇ, ਉਹਨਾਂ ਨੂੰ ਅਸੀਂ ਗਲੋਬਲ ਪੱਧਰ ਦੇ ਉੱਤੇ ਜਿਹੜੀ ਗਲੋਬਲ ਮਾਰਕੀਟ ਹੈਗੀ ਹੈ ਬਾਹਰਲੇ ਮੁਲਕਾਂ ਦੇ ਵਿੱਚ, ਅਸੀਂ ਉਹਨਾਂ ਨੂੰ ਕਿਵੇਂ ਲਿਜਾ ਸਕਦੇ ਹਾਂ, ਉਹਦੇ ਪ੍ਰਤੀ ਜਿਹੜਾ ਹੈਗਾ ਜਿੱਥੇ ਤੱਕ ਜਿਹੜੇ ਹੁਣ ਤੱਕ ਸਾਡੇ ਤਾਲੁਕਾਤ ਬਣ ਚੁੱਕੇ ਨੇ, ਜਿੱਥੇ ਅਸੀਂ ਟ੍ਰੇਡਿੰਗ ਕਰ ਰਹੇ ਹਾਂ ਆਲਰੇਡੀ ਮੁਲਕਾਂ ਦੇ ਵਿੱਚ, ਸਾਡੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਦਫ਼ਤਰ ਖੁੱਲ੍ਹੇ ਹੋਏ ਨੇ, ਉਹਨੂੰ ਹੋਰ ਮਜ਼ਬੂਤ ਕਰਨਾ। ਤੇ ਉਸ ਤੋਂ ਇਲਾਵਾ ਜਿਹੜੇ ਹੋਰ ਮੁਲਕ ਨੇ ਉਹਨਾਂ ਦੇ ਵਿੱਚ ਜਿਹੜਾ ਡਿਵਰਸੀਫਾਈ ਕਰਕੇ ਜਿਹੜਾ ਹੈਗਾ ਉਸ ਟ੍ਰੇਡ ਨੂੰ ਲੈ ਕੇ ਜਾਣਾ। ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਜਿਹੜੇ 2 ਸਾਲਾਂ ਦੇ ਵਿੱਚ ਜਿਹੜੀਆਂ ਧਰਤੀ ਦੇ ਉੱਤੇ ਜਿਹੜੀਆਂ ਗਲੋਬਲ ਕਮਿਊਨਿਟੀ ਦੇ ਵਿੱਚ ਕੁਝ ਗਲੋਬਲ ਇਵੈਂਟ ਵਾਪਰੇ ਨੇ, ਵਿਸ਼ੇਸ਼ ਤੌਰ ਦੇ ਉੱਤੇ COVID-19 ਆਪਾਂ ਸਾਰਿਆਂ ਨੂੰ ਪਤਾ ਹੈ, ਜਾਂ ਜੰਗ ਚੱਲੀ ਜਾ ਰਹੀ ਹੈ, ਔਰ ਉਹਨਾਂ ਨੇ ਜਿਹੜੀ ਧਰਤੀ ਦੀ ਜਿਹੜੀ ਆਰਥਿਕਤਾ ਹੈ ਔਰ ਜਿਹਦੇ ਵਿੱਚ ਸਾਡੇ ਸੂਬੇ ਦੀ ਆਰਥਿਕਤਾ ਵੀ ਆਉਂਦੀ ਹੈ, ਇਕਨੋਮੀ ਨੂੰ ਸਾਡੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਔਰ ਉਹਦੇ ਤੋਂ ਅਸੀਂ ਇਹ ਵੀ ਸਿੱਖਿਆ ਕਿ ਇੱਕ ਮਾਰਕੀਟ ਦੇ ਉੱਤੇ ਨਿਰਭਰ ਹੋਣਾ ਜਾਂ ਇੱਕ ਟ੍ਰੇਡਿੰਗ ਪਾਰਟਨਰ ਉੱਤੇ ਨਿਰਭਰ ਹੋਣਾ, ਉਹ ਇੱਕ ਰਿਸਕੀ ਬਿਜ਼ਨਸ ਹੈ ਸਾਡੇ ਲੋਕਾਂ ਦੇ ਲਈ, ਸਾਡੀਆਂ ਲੋਕਲ ਜੌਬਾਂ ਦੇ ਲਈ, ਸਾਡੀ ਇਕਨੋਮੀ ਦੇ ਲਈ। ਇਸ ਕਰਕੇ ਜਿਹੜਾ ਸਾਡਾ ਟ੍ਰੇਡ ਹੈਗਾ ਬਾਹਰਲੇ ਮੁਲਕਾਂ ਦੇ ਨਾਲ, ਉਹਨੂੰ ਡਿਵਰਸੀਫਾਈ ਕਰਨਾ ਤੇ ਉਹਨੂੰ ਮਜ਼ਬੂਤ ਕਰਨਾ ਜਿਹੜਾ ਮੇਰੀ ਜ਼ਿੰਮੇਵਾਰੀ ਈਬੀ ਸਾਹਿਬ ਨੇ ਲਾਈ ਹੈ। ਔਰ ਮੈਂ ਇਹਦੇ ਪ੍ਰਤੀ ਜਿਹੜੀ ਆਲਰੇਡੀ 2 ਵਾਰੀ ਜਿਹੜੇ ਆਪਣੇ ਸਾਡੇ ਸੀਨੀਅਰ ਅਧਿਕਾਰੀ ਨੇ, ਮੇਰੇ ਡਿਪਟੀ ਮਿਨਿਸਟਰ ਨੇ ਸਾਡੇ, ਜਾਂ ਜਿਹੜੇ ਸਾਡੇ ਸਪੈਸ਼ਲ ਐਡਵਾਈਜ਼ਰਸ ਨੇ, ਉਹਨਾਂ ਦੇ ਨਾਲ ਮੁਲਾਕਾਤ ਮੈਂ ਕਰ ਚੁੱਕਿਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮੈਂ ਇਸ ਮਹਿਕਮੇ ਬਾਰੇ ਜਿਹੜੀ ਸੰਖੇਪ ਜਾਣਕਾਰੀ, ਜਿਹੜੀ ਡਿਟੇਲ ਜਾਣਕਾਰੀ ਲੈ ਕੇ ਤੁਹਾਡੇ ਨਾਲ ਰੂਬਰੂ ਹੋਊਂਗਾ, ਤਾਂ ਕਿ ਲੋਕਾਂ ਨੂੰ ਮੈਂ ਦੱਸ ਸਕਾਂ ਕਿ ਅਸੀਂ ਜਿਹੜਾ ਸਾਡਾ ਟ੍ਰੇਡ ਆ ਉਹਨੂੰ ਜਿਹੜਾ ਅਗਲੇ ਪੜਾਅ ਦੇ ਵਿੱਚ ਕਿਵੇਂ ਲੈ ਕੇ ਜਾ ਰਹੇ ਹਾਂ, ਤੇ ਜਾਂ ਅਗਲੇ ਪੜਾਅ ਦੇ ਵਿੱਚ ਕੀ ਹੋਣ ਵਾਲਾ ਹੈ, ਹੁਣ ਤੱਕ ਕੀ ਹੋ ਚੁੱਕਿਆ, ਉਹ ਗੱਲਬਾਤ ਜਿਹੜੀ ਤਫਸੀਲ ਦੇ ਵਿੱਚ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਕਰ ਸਕਦੇ ਹਾਂ। ਪਰ ਮੋਟੇ ਤੌਰ ਦੇ ਉੱਤੇ BC ਦੇ ਲੋਕਾਂ ਵਾਸਤੇ, BC ਦੀ ਇਕਨੋਮੀ ਨੂੰ ਮਜ਼ਬੂਤ ਕਰਨਾ, BC ਦੇ ਲੋਕਾਂ ਵਾਸਤੇ ਜੌਬਾਂ ਕ੍ਰੀਏਟ ਕਰਨਾ, ਔਰ ਉਹ ਕ੍ਰੀਏਟ ਕਰਨਾ ਜਿਹੜਾ ਸਾਡੇ ਟ੍ਰੇਡ ਨੂੰ ਮਜ਼ਬੂਤ ਕਰਕੇ, ਇਹ ਮੇਰੀ ਜ਼ਿੰਮੇਵਾਰੀ ਉਹਨਾਂ ਨੇ ਲਾਈ ਹੈ। ਔਰ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਆਲਰੇਡੀ ਆਪਣਾ ਕੰਮ ਸ਼ੁਰੂ ਕਰ ਚੁੱਕਿਆ।
ਬ੍ਰੈਡ ਸਾਹਿਬ, ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਖਾਸ ਕਰਕੇ ਜਿਹੜੇ ਏਰੀਏ ਦੇ ਤੁਸੀਂ ਐਮਐਲਏ ਹੈਗੇ ਆ, ਉਸ ਏਰੀਏ ਦੇ ਵਿੱਚ ਵੀ ਤਾਂ ਹੋਰ ਏਰੀਆ ਦੇ ਵਿੱਚ ਵੀ ਟ੍ਰੇਡ ਨਾਲ ਜੁੜੇ ਬਹੁਤ ਲੋਕ ਹੈਗੇ ਨੇ। ਬਹੁਤ ਸਾਰੇ ਲੋਕ ਟ੍ਰੇਡ ਦੇ ਵਿੱਚ ਕੰਮ ਵੀ ਜੀ ਕਰ ਰਹੇ ਹੈਗੇ ਨੇ। ਹੁਣ ਉਹਨਾਂ ਦੇ ਲਈ ਨੌਕਰੀਆਂ ਦੇ ਹੋਰ ਮੌਕੇ, ਜਾਂ ਜਿਹੜੇ ਟ੍ਰੇਡ ਦਾ ਬਿਜ਼ਨਸ ਕਰ ਰਹੇ ਨੇ ਉਹਨਾਂ ਦੇ ਲਈ ਹੋਰ ਵਰਕਰ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਾਇਨੇ ਰੱਖਦੀਆਂ ਨੇ ਕਿ ਉਹਨੂੰ ਹੋਰ ਜੀ ਕਿਵੇਂ ਅੱਗੇ ਵਧਾਇਆ ਜਾਵੇ, ਕਿਵੇਂ ਹੋਰ ਸੂਬਿਆਂ ਦੇ ਨਾਲ ਵੀ ਸੰਬੰਧ ਜਿਹੜੇ ਕੀਤੇ ਜਾਣ। ਕੀ ਇਹ ਵੀ ਲਿਸਟ ਦੇ ਵਿੱਚ ਹੈਗਾ ਕਿ ਇਹ ਟ੍ਰੇਡ ਨੂੰ ਹੋਰ ਅੱਗੇ ਕਿੰਨਾ ਕੁ ਜ਼ਿਆਦਾ ਵਧਾਇਆ ਜਾਵੇ ਤਾਂ ਕਿ ਹੋਰ ਲੋਕ ਇਹਦੇ ਨਾਲ ਜੁੜਨ? ਜੀ ਬਿਲਕੁਲ ਜੀ। ਕਿ ਇਸ ਟ੍ਰੇਡ ਦੇ ਵਿੱਚ ਦੋ ਜਿਹੜੇ ਸਾਡੇ ਪਹਿਲੂ ਨੇਗੇ, ਜਿਹੜੇ ਹੁਣ ਤੱਕ ਦੀ ਮੇਰੀ ਬਰੀਫਿੰਗ ਜਿਹੜੀ ਹੋਈ ਹੈ। ਵੈਸੇ ਤਾਂ ਹਾਲੇ ਅਗਲੇ ਹਫਤੇ ਸਾਰੇ ਜਿਹੜਾ ਮੈਨੂੰ ਉਹਦੀ ਡਿਟੇਲ ਜਿਹੜੀ ਜੀ। ਅਧਿਕਾਰੀਆਂ ਨੇ ਵੱਖਰੇ ਵੱਖਰੇ ਪੱਖ ਤੋਂ ਆ ਕੇ ਜਿਹੜੀ ਹੈਗੀ ਬਰੀਫਿੰਗ ਕਰਨੀ ਹੈ। ਪਰ ਮੋਟੇ ਤੌਰ ਦੇ ਉੱਤੇ ਮੈਂ ਹੁਣ ਇਹ ਕਹਿ ਸਕਦਾ ਕਿ ਵੀ ਜਿਹੜਾ ਸਾਡਾ ਬਹੁਤ ਸਾਰੇ ਮੁਲਕਾਂ ਦੇ ਨਾਲ ਆਲਰੇਡੀ ਟ੍ਰੇਡ ਚੱਲ ਰਿਹਾ। ਸਾਡੇ ਉੱਥੇ ਦਫ਼ਤਰ ਨੇਗੇ, ਜਿਹੜਾ ਕੈਨੇਡੀਅਨ ਸਰਕਾਰ ਦੇ ਤੇ BC ਸਰਕਾਰ ਦੇ ਸਾਂਝੇ ਦਫ਼ਤਰ ਨੇ। ਕਈ ਥਾਵਾਂ ਤੇ, ਕੁਝ ਥਾਵਾਂ ਦੇ ਉੱਤੇ ਸਾਡੇ ਵੱਖਰੇ ਵੱਖਰੇ ਦਫ਼ਤਰ ਵੀ ਹੈਗੇ ਆ। ਔਰ ਉੱਥੇ ਜਿਹੜੇ ਇੱਥੋਂ ਦੇ ਬਿਜ਼ਨਸਮੈਨ ਨੂੰ ਜੇ ਉੱਥੇ ਕਿਸੇ ਨੇ ਜਾ ਕੇ ਕੋਈ ਟ੍ਰੇਡ ਕਰਨਾ ਤੇ ਉਹਨੂੰ ਸਪੋਰਟ ਕਰਦੇ ਆ। ਲੋਕਲ ਮਾਰਕੀਟ ਦੇ ਵਿੱਚ ਕਿਵੇਂ ਤੁਸੀਂ ਪਹੁੰਚਦੇ ਕਰਨਾ, ਲੋਕਲ ਮਾਰਕੀਟ ਨੂੰ ਐਕਸੈਸ ਕਿਵੇਂ ਕਰਨਾ, ਜਾਂ ਉੱਥੇ ਲੋਕਲ ਕੋਈ ਸਪੋਰਟ ਦੀ ਲੋੜ ਹੈ, ਕਿਸੇ ਕਨੈਕਸ਼ਨ ਦੀ ਲੋੜ ਹੈ, ਉਹ ਸਾਡੇ ਜਿਹੜੇ ਡਿਪਾਰਟਮੈਂਟ ਨੇ ਉਹ ਕੰਮ ਕਰਦੇ ਆ। ਔਰ ਉਹਦੇ 'ਚ ਜਿਹੜਾ ਮੋਟੇ ਤੌਰ ਦੇ ਉੱਤੇ ਜਿਹੜੇ ਜਿੱਥੇ ਸਾਡੇ ਆਲਰੇਡੀ ਟ੍ਰੇਡ ਚੱਲ ਰਿਹਾ ਉਹਨੂੰ ਹੋਰ ਮਜ਼ਬੂਤ ਕਰਨਾ, ਉਹਨੂੰ ਹੋਰ ਸਟਰੈਂਥਨ ਕਰਨਾ ਉੱਥੇ, ਤਾਂ ਕਿ ਸਾਡਾ ਜਿਹੜਾ ਜਿਹੜੇ ਲੋਕਲ ਜਿਹੜੇ ਸਾਡੇ ਬਿਜ਼ਨਸ ਨੇ ਜਾ ਕੇ ਉੱਥੇ ਕੰਮ ਕਰ ਸਕਣ। ਔਰ ਉਸ ਤੋਂ ਇਲਾਵਾ ਜਿਹੜੀਆਂ ਨਵੀਆਂ ਮਾਰਕੀਟ ਨੇ ਉਹਨਾਂ ਤੱਕ ਜਿਹੜਾ ਟ੍ਰੇਡ ਨੂੰ ਐਕਸਪੈਂਡ ਕਰਨਾ, ਇਹ ਮੇਰੀ ਜ਼ਿੰਮੇਵਾਰੀ ਉਹਨਾਂ ਨੇ ਲਾਈ ਹੈ ਜੀ। ਔਰ ਇਹਦੇ ਪ੍ਰਤੀ ਜਿਹੜਾ ਹੈਗਾ, ਮੈਂ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਮੈਂ ਇਨੀਸ਼ੀਅਲ ਮੀਟਿੰਗਾਂ ਕਰ ਚੁੱਕਿਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੋਰ ਡਿਟੇਲ ਲੈ ਕੇ, ਉਹਨਾਂ ਤੋਂ ਮੁਕੰਮਲ ਜਾਣਕਾਰੀ ਲੈ ਕੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀ ਮੁਕੰਮਲ ਤਫਸੀਲ ਦੇ ਵਿੱਚ ਜਿਹੜੀ ਗੱਲਬਾਤ ਤੁਹਾਡੇ ਨਾਲ ਕਰ ਸਕਦਾ। ਬ੍ਰੈਡ ਸਾਹਿਬ, ਜਿਵੇਂ ਪਿਛਲੇ ਕਈ ਸਾਲਾਂ ਤੋਂ ਤੁਸੀਂ ਆਪਣਾ ਕੰਮ ਬਖੂਬੀ ਕਰ ਰਹੇ ਆ ਤੇ ਉਮੀਦ ਕਰਦੇ ਹਾਂ ਕਿ ਇਸ ਨਵੇਂ ਮਹਿਕਮੇ ਦੇ ਵਿੱਚ ਵੀ ਤੁਸੀਂ ਬਹੁਤ ਵਧੀਆ ਕੰਮ ਕਰੋਗੇ। ਪ੍ਰੀਮੀਅਰ AB ਦੀ ਜਦੋਂ ਗੱਲ ਕਰਦੇ ਆ ਤਾਂ ਪਿਛਲੇ ਮਹੀਨੇ ਉਹਨਾਂ ਨੇ ਚਾਰਜ ਭਾਗ ਸੰਭਾਲਿਆ। ਉਹਨਾਂ ਦੇ ਕੰਮ ਨੂੰ ਕਿਵੇਂ ਦੇਖਦੇ ਆ? BC ਦੇ ਲਈ ਓਵਰਆਲ ਕਿਸ ਤਰ੍ਹਾਂ ਦੇ ਨਾਲ ਦੇਖਦੇ ਆ? ਕਿਉਂਕਿ ਜੌਨ ਹੋਰਗਨ ਦੀ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੀ ਕਮੀ ਕਿਤੇ ਨਾ ਕਿਤੇ ਤਾਂ ਖਲਣੀ ਹੈਗੀ ਹੈ, ਪਰ ਡੇਵਿਡ ਈਬੀ ਨੇ ਉਹਨੂੰ ਹੋਰ ਭਰਪਾਈ ਤਾਂ ਕਰਨੀ ਹੈ ਤੇ ਨਾਲ ਹੋਰ ਚਾਰ ਚੰਦ ਵੀ ਲਾਉਣੇ ਆ। ਮੈਂ ਕਹਿ ਸਕਦੀ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆ, ਚਾਹੇ ਉਹ ਜਿਹੜੇ ਨੇ AG ਰਹੇ ਨੇ, ਚਾਹੇ ਉਹ ਕਹਿ ਸਕਦੇ ਆ ਕਿ ਹਾਊਸਿੰਗ ਮਿਨਿਸਟਰ ਰਹੇ ਨੇ, ਆਪਣਾ ਕੰਮ ਬਖੂਬੀ ਕਰਦੇ ਨੇ ਤੇ ਹੁਣ ਤਾਂ ਉਹਨਾਂ ਨੂੰ ਬਹੁਤ ਵੱਡੀ ਪਦਵੀ ਦੇ ਦਿੱਤੀ ਗਈ ਆ। ਤੁਸੀਂ ਕਿਵੇਂ ਦੇਖਦੇ ਹੋ? ਡੇਵਿਡ ਈਬੀ ਜੀ ਮੇਰੇ ਬਹੁਤ ਅੱਛੇ ਦੋਸਤ ਨੇਗੇ ਤੇ ਉਹਨਾਂ ਨੂੰ ਜੇ ਆਪਾਂ ਡਿਫਾਈਨ ਕਰਨਾ ਹੋਵੇ ਤਾਂ ਉਹ ਇਹ ਹੈ ਜੀ, ਉਹ ਮੈਨ ਆਫ ਐਕਸ਼ਨ ਨੇਗੇ। ਤੇ ਕਿਉਂਕਿ ਡੇਵਿਡ ਈਬੀ ਸਾਹਿਬ ਨੂੰ ਜੇ ਪਿੱਛੇ ਦੇਖੀਏ ਕਿ ਉਹ ਸੂਬੇ ਦੇ AG ਰਹੇ ਆ, ਉਹਨਾਂ ਨੇ ਉਹ ਫਾਈਲਾਂ ਜਿਹੜੀਆਂ ਬੜੀਆਂ ਔਖੀਆਂ ਸੀ ਉਹਨਾਂ ਨੂੰ ਬਹੁਤ ਨੇੜਿਓਂ ਦੇਖ ਕੇ ਤੇ ਉਹਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਤਬਦੀਲੀਆਂ ਕਰਕੇ ਪੋਜ਼ਿਟਿਵ ਰਿਜ਼ਲਟ ਲੋਕਾਂ ਨੂੰ ਦਿੱਤੇ ਹੈ। ਮਿਸਾਲ ਦੇ ਤੌਰ ਦੇ ਉੱਤੇ ICBC ਜਦੋਂ ਡੇਵਿਡ ਈਬੀ ਨੇ ਟੇਕ ਓਵਰ ਕੀਤੀ ਹੈ, ਉਸ ਵੇਲੇ $1.3 ਬਿਲੀਅਨ ਦੇ ਘਾਟੇ ਦੇ ਵਿੱਚ ਚੱਲ ਰਹੀ ਸੀ ICBC। 3 ਸਾਲਾਂ ਦੇ ਵਿੱਚ ਉਹਨਾਂ ਨੇ ਉਹਦੇ 'ਚ ਤਬਦੀਲੀਆਂ ਕੀਤੀਆਂ, ਤਬਦੀਲੀਆਂ ਕਰਕੇ ਉਸ ਮਹਿਕਮੇ ਨੂੰ ਸਰਪਲਸ ਦੇ ਵਿੱਚ ਲੈ ਕੇ ਆਂਦਾ ਤੇ ਉਸ ਤੋਂ ਬਾਅਦ 20% ਲੋਕਾਂ ਨੂੰ ਡਿਸਕਾਊਂਟ ਜਿਹੜਾ ਹੈਗਾ ICBC ਜਿਹੜੇ ਹੁਣ ਪ੍ਰੀਮੀਅਮ ਨੇ ਉਹਦੇ ਵਿੱਚ ਮਿਲਿਆ, ਔਰ ਕੱਲੇ ਡਰਾਈਵਰ ਨੂੰ ਮਿਲਿਆ। ਉਸ ਤੋਂ ਇਲਾਵਾ ਜਿਹੜੇ ਕੋਵਿਡ ਪ੍ਰਤੀ ਵੀ ਹੋਰ ਵੀ ਅਲਾਉਂਸ ਦਿੱਤੇ ਗਏ, ਪਰ 20% ਸਾਡੀ ਜਿਹੜੀ ਇੰਸ਼ੋਰੈਂਸ ਆ ਉਹ ਘਟਾ ਦਿੱਤੀ ਗਈ। ਉਹ ਡੇਵਿਡ ਈਬੀ ਸਾਹਿਬ ਦੀ ਜਿਹੜੀ ਉਹਨਾਂ ਦੀ ਜਿਹੜੇ ਇਹ ਐਕਸ਼ਨ ਸੀਗੇ। ਇਸੇ ਤਰੀਕੇ ਨਾਲ ਜਿਹੜੀ ਵੱਡੀ ਬਿਗ ਮਨੀ ਜਿਹੜੀ ਸੀਗੀ ਪੋਲਿਟਿਕਸ ਦੇ ਵਿੱਚ ਸੀਗੀ, ਪਹਿਲਾਂ ਕਾਰਪੋਰੇਸ਼ਨਸ ਬਹੁਤ ਲੱਖਾਂ ਜਿਹੜੇ ਲੱਖ ਡਾਲਰ ਦੇ ਜਦੋਂ ਵੱਡੇ ਚੈੱਕ ਦੇ ਕੇ ਪੋਲੀਟੀਕਲ ਪਾਰਟੀਆਂ ਨੂੰ ਇਲੈਕਸ਼ਨ ਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਸੀ। ਬਾਅਦ ਦੇ ਵਿੱਚ ਫਿਰ ਜਿਹੜਾ ਸਰਕਾਰਾਂ ਸੀ ਉਹ ਵੱਡੇ ਬੰਦਿਆਂ ਨੂੰ ਹੀ ਜਿਹੜਾ ਜਵਾਬਦੇਹ ਬਣ ਜਾਂਦੀਆਂ ਸੀਗੀਆਂ। ਤਾਂ ਡੇਵਿਡ ਈਬੀ ਸਾਹਿਬ ਨੇ ਆ ਕੇ ਉਹ ਜਿਹੜੀ ਬਿਗ ਮਨੀ ਆ ਉਹ ਪੋਲਿਟਿਕਸ ਦੇ ਵਿੱਚੋਂ ਕੱਢੀ ਹੈ, ਉਹਨੂੰ ਬੈਨ ਕਰ ਦਿੱਤਾ ਗਿਆ। ਹੁਣ ਯੂਨੀਅਨ ਜਿਹੜਾ ਕਿਸੇ ਪਾਰਟੀ ਨੂੰ ਪੈਸੇ ਨਹੀਂ ਦੇ ਸਕਦੇ, ਹੁਣ ਜਿਹੜੀਆਂ ਹੈਗੀਆਂ ਕਾਰਪੋਰੇਸ਼ਨ ਕਿਸੇ ਨੂੰ ਪੈਸੇ ਨਹੀਂ ਦੇ ਸਕਦੇ, ਇੰਡੀਵਿਜੂਅਲ ਲੋਕ ਜਿਹੜੇ ਉਹ ਪੈਸੇ ਦੇ ਸਕਦੇ ਆ ਜੀ। ਇਸ ਕਰਕੇ ਜਿਹੜਾ ਡੇਵਿਡ ਈਬੀ ਸਾਹਿਬ ਜਿਹੜੇ ਇੱਕ ਉਹ ਮੈਨ ਆਫ ਐਕਸ਼ਨਸ ਨੇਗੇ, ਉਹਨਾਂ ਨੇ ਜਦੋਂ ਦੀ ਟੇਕ ਓਵਰ ਕੀਤਾ ਐਜ਼ ਏ ਪ੍ਰੀਮੀਅਰ, ਆਉਣ ਸਾਰ ਉਹਨਾਂ ਨੇ ਜਿਹੜੇ 4 ਭਖਦੇ ਮੁੱਦੇ ਨੇ ਲੋਕਾਂ ਸਾਹਮਣੇ, ਉਹਨਾਂ ਦੇ ਉੱਤੇ ਆਲਰੇਡੀ ਵੱਡੇ ਜਿਹੜੇ ਐਲਾਨ ਕਰਕੇ ਵੱਡੇ ਫੈਸਲੇ ਉਹ ਕਰ ਚੁੱਕੇ ਨੇ। ਮਿਸਾਲ ਦੇ ਤੌਰ ਦੇ ਉੱਤੇ ਪਬਲਿਕ ਸੇਫਟੀ ਹੈ, ਲੋਕਾਂ ਨੂੰ ਇਹਦੀ ਚਿੰਤਾ ਸੀ, ਉਹਦੇ ਵਿੱਚ ਜਿਹੜਾ ਉਹਨਾਂ ਨੇ $239 ਮਿਲੀਅਨ ਜਿਹੜੇ ਹੈਗੇ ਉਹ RCMP ਵਾਸਤੇ ਐਲਾਨ ਕੀਤੇ ਤਾਂ ਕਿ ਹੋਰ ਜਿਹੜੇ ਪੁਲਿਸ ਅਫੀਸਰ ਭਰਤੀ ਕੀਤੇ ਜਾ ਸਕਣ। ਇਸੇ ਲਈ ਜਿਹੜੇ ਰਿਪੀਟ ਅਫੈਂਡਰਸ ਨੇ ਉਹਨਾਂ ਦੀਆਂ ਬੇਲ ਕੰਡੀਸ਼ਨ ਚੇਂਜ ਕੀਤੀਆਂ ਗਈਆਂ। ਹੈਲਥ ਕੇਅਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਉਣ ਸਾਰ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜੇ ਮੈਡੀਕਲ ਗ੍ਰੈਜੂਏਟਸ ਨੇ ਉਹਨਾਂ ਦੀਆਂ ਸੀਟਾਂ 32 ਤੋਂ ਵਧਾ ਕੇ 92 ਕੀਤੀਆਂ, ਜਿਨ੍ਹਾਂ ਦੇ ਕੋਲੇ ਇਸ ਵੇਲੇ ਕੁਆਲੀਫਿਕੇਸ਼ਨ ਹੈਗੀਆਂ।
ਜਿਨ੍ਹਾਂ ਦੇ ਕੋਲੇ ਕੁਆਲੀਫਿਕੇਸ਼ਨ ਘੱਟ ਨੇ ਜਾਂ BC ਮੁਤਾਬਕ ਨਹੀਂ ਗਈਆਂ, ਉਹਨਾਂ ਵਾਸਤੇ ਇੱਕ ਨਵਾਂ ਲਾਇਸੈਂਸ ਉਹਨਾਂ ਨੇ ਪੈਦਾ ਕਰ ਦਿੱਤਾ, ਜਿਹੜਾ ਸ਼ੁਰੂ ਕਰ ਦਿੱਤਾ ਕਿ ਉਹ ਜਿਹੜਾ ਐਸੋਸੀਏਟ ਫਿਜ਼ੀਸ਼ੀਅਨ ਦੇ ਤੌਰ ਤੇ ਲਾਇਸੈਂਸ ਲੈ ਕੇ ਤੁਰੰਤ ਕੰਮ ਸ਼ੁਰੂ ਕਰ ਸਕਦੇ, ਲੋਕਾਂ ਦੀ ਜਿਹੜੀ ਹੈਗੀ ਕੇਅਰ ਕਰਨਾ ਸ਼ੁਰੂ ਕਰ ਸਕਦੇ ਆ। ਸੋ ਹੈਲਥ ਕੇਅਰ ਦੇ ਵਿੱਚ ਵੀ ਕਾਫੀ ਵੱਡੀਆਂ ਤਬਦੀਲੀਆਂ ਕੀਤੀਆਂ, ਜਿਹੜੀਆਂ ਪ੍ਰਿਸਕ੍ਰਿਪਸ਼ਨ ਰਾਈਟਸ ਨੇ ਮਿਸਾਲ ਦੇ ਤੌਰ ਦੇ ਉੱਤੇ, ਉਹ ਵੀ ਜਿਹੜੇ ਆਪਣਾ ਫਾਰਮਾਸਿਸਟ ਨੂੰ ਵੀ ਦੇ ਦਿੱਤੇ ਗਏ, ਤਾਂ ਕਿ ਜਿਹੜੇ ਆਮ ਵਿਅਕਤੀ ਆਪਣਾ ਸਿਰ ਦੁਖਦਾ ਜਾਂ ਕੋਈ ਨਿੱਕੀ ਮੋਟੀ ਬਿਮਾਰੀ ਵਾਸਤੇ ਉੱਥੋਂ ਜਾ ਕੇ ਪ੍ਰਿਸਕ੍ਰਿਪਸ਼ਨ ਲੈ ਸਕਦਾ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਹੈਲਥ ਕੇਅਰ ਦੇ ਵਿੱਚ, ਪਬਲਿਕ ਸੇਫਟੀ ਦੇ ਵਿੱਚ, ਤੇ ਇਸੇ ਤਰੀਕੇ ਦੇ ਨਾਲ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਦੇ ਵਿੱਚ ਵੀ ਬੜੇ 2 ਕਾਨੂੰਨ ਜਿਹੜੇ ਹੈਗੇ ਆ ਉਹਨਾਂ ਨੇ ਆਉਣ ਸਾਰ ਪਹਿਲੇ ਹਫ਼ਤੇ BC ਵਿਧਾਨ ਸਭਾ ਦੇ ਵਿੱਚ ਪੇਸ਼ ਕਰਕੇ ਪਾਸ ਕੀਤੀ ਹੈ, ਜਿਹਦੇ ਵਿੱਚ ਜਿਹੜਾ ਪਰਮਿਟ ਲੈਣ ਦਾ ਪ੍ਰੋਸੈਸ ਹੈਗਾ ਉਹ ਤੇਜ਼ ਕੀਤਾ ਜਾਵੇ। ਲੋਕਾਂ ਨੂੰ ਸਾਰੇ ਸਿਟੀਜ਼ ਵੱਲੋਂ ਪਰਮਿਟ ਤੇਜ਼ੀ ਨਾਲ ਮਿਲਣ, ਉਹਨਾਂ ਦੇ ਜਿਹੜੇ ਹੈਗੇ ਆ ਟਾਰਗੇਟ ਸੈੱਟ ਕੀਤੇ ਜਾਣਗੇ ਸਿਟੀ ਸਰਕਾਰਾਂ ਦੇ, ਤਾਂ ਫਿਰ ਉਹਨਾਂ ਨਾਲ ਰਲ ਕੇ ਜਿਹੜਾ ਜਲਦੀ ਦੇ ਨਾਲ ਲੋਕਾਂ ਨੂੰ ਜਿਹੜੇ ਹੈਗੇ ਆ ਉਹ ਬਿਲਡਿੰਗ ਪਰਮਿਟ ਜਿਹੜੇ ਉਹ ਮਿਲਣਗੇ, ਤਾਂ ਕਿ ਅਸੀਂ ਤੇਜ਼ੀ ਦੇ ਨਾਲ ਹਾਊਸਿੰਗ ਬਣਾ ਸਕੀਏ। ਸਟਾਰਟਾਂ ਦੇ ਵਿੱਚ ਉਹਨਾਂ ਨੇ, ਤੁਹਾਨੂੰ ਪਤਾ ਹੈ, ਜਿਹੜੀਆਂ ਏਜ ਰਿਸਟ੍ਰਿਕਸ਼ਨ ਸੀਗੀਆਂ ਉਹ ਚੱਕਦੀਆਂ। ਸੋ ਕੁੱਲ ਮਿਲਾ ਕੇ ਮੈਂ ਕਹਿਣਾ ਚਾਹੁੰਦਾ ਕਿ ਡੇਵਿਡ EB ਸਾਹਿਬ ਜਿਹੜੇ ਹੈਗੇ ਆ ਉਹ ਮੈਨ ਆਫ ਐਕਸ਼ਨਸ ਉਹ ਨੇਗੇ, ਔਰ ਉਹ ਬੜੀ ਤੇਜ਼ੀ ਦੇ ਨਾਲ ਤੇ ਬੜੀ ਸਿਆਣਪ ਦੇ ਨਾਲ ਜਿਹੜਾ ਕੰਮ ਕਰਨ ਜਾਣਦੇ ਆ, ਤੇ ਉਸੇ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ, ਲੋਕਾਂ ਦੇ ਦਰਪੇਸ਼ ਮੁੱਦੇ ਨੇਗੇ, ਉਹਨਾਂ ਮੁੱਦਿਆਂ ਨੂੰ ਸੁਲਝਾ ਕੇ ਸਾਡੀ ਟੀਮ ਦੇ ਨਾਲ ਅਸੀਂ ਇਕੱਠੇ ਹੋ ਕੇ ਤਾਂ ਉਹ ਜਿਹੜੇ ਲੋਕਾਂ ਦੇ ਸਾਹਮਣੇ ਰਿਜ਼ਲਟ ਪੇਸ਼ ਕਰਾਂਗੇ। ਜੀ ਬਿਲਕੁਲ ਬਰਾੜ ਸਾਹਿਬ, ਉਹ ਇੱਕ ਤਾਂ ਤੁਹਾਡੇ ਨਾਲ ਕੰਮ ਕਰ ਚੁੱਕੇ ਆ, ਨਾਲ ਤੁਸੀਂ ਰਹਿ ਚੁੱਕੇ ਆ, ਹੁਣ ਤੁਸੀਂ ਦੇਖੋ ਕਿ ਉਹ ਮਾਹੌਲ ਨੂੰ ਵੀ ਬੜਾ ਸੁਖਾਵਾਂ ਰੱਖਦੇ ਨੇ ਆਸੇ-ਪਾਸੇ। ਅਸੀਂ ਜਦੋਂ ਸਹੁੰ ਚੁੱਕ ਸਮਾਗਮ ਹੋਇਆ ਤੁਹਾਡਾ, ਅਸੀਂ ਉਦੋਂ ਵੀ ਦੇਖਿਆ ਕਿ ਜਦੋਂ ਪਿਕਚਰ ਸੈਰੇਮਨੀ ਹੋ ਰਹੀ ਸੀ ਤਾਂ ਤੁਸੀਂ ਕੱਦ ਨਾਲ ਕੱਦ ਮੈਚ ਕਰਨ ਦੀ ਵੀ ਕੋਸ਼ਿਸ਼ ਕੀਤੀ। ਸੋ ਇਹ ਬੜਾ ਵਧੀਆ ਲੱਗਦਾ ਕਿ ਜਦੋਂ ਤੁਸੀਂ ਐਜ਼ ਅ ਕੁਲੀਗ ਕੰਮ ਕਰਦੇ ਆ, ਐਜ਼ ਅ ਫਰੈਂਡ ਕੰਮ ਕਰਦੇ ਆ, ਤੇ ਪੂਰੇ ਸੂਬੇ ਦੇ ਲਈ ਕੰਮ ਕਰਦੇ ਆ, ਇਹ ਚੀਜ਼ ਬੜੀ ਵੱਡੀ ਹੋ ਜਾਂਦੀ ਹੈ। ਤੇ ਜਦੋਂ ਪ੍ਰੀਮੀਅਰ ਬਣੇ, ਉਹਨਾਂ ਨੇ ਆਉਂਦੇ ਹੀ ਐਲਾਨ ਕੀਤਾ ਕਿ ਕਾਸਟ ਆਫ ਲਿਵਿੰਗ ਕ੍ਰੈਡਿਟ ਦਿੱਤੇ ਜਾਣਗੇ ਉਹਨਾਂ ਲੋਕਾਂ ਨੂੰ ਜਿਹੜੇ ਕਾਸਟ ਦੇ ਨਾਲ ਜੂਝ ਰਹੇ ਹੈਗੇ ਨੇ। ਸੋ ਉਹ ਕ੍ਰੈਡਿਟਸ ਦੇ ਬਾਰੇ ਜੇ ਕੋਈ ਜਾਣਕਾਰੀ ਹੈਗੀ ਹੈ ਤਾਂ ਜ਼ਰੂਰ ਸਾਂਝੀ ਕਰੋ ਜੀ। ਉਹਨਾਂ ਨੇ ਅਫੋਰਡੇਬਿਲਟੀ ਵਾਸਤੇ ਜੀ ਪਹਿਲਾ ਜਿਹੜਾ ਸਟੈਪ ਸੀ ਉਹਨਾਂ ਦਾ ਇਹੀ ਸੀਗਾ ਕਿ ਅਫੋਰਡੇਬਿਲਟੀ, ਇਸ ਵੇਲੇ ਆਪਾਂ ਨੂੰ ਪਤਾ ਹੈ ਇਨਫਲੇਸ਼ਨ ਰੇਟ, ਜਿਹੜੀ ਇਨਫਲੇਸ਼ਨ ਹੋ ਚੁੱਕੀ ਹੈ, ਇੰਟਰਸਟ ਰੇਟ ਵੱਧ ਚੁੱਕੇ ਹੈ, ਆਮ ਲੋਕਾਂ ਦੇ ਉੱਤੇ ਜਿਹੜਾ ਬੋਝ ਪਹਿਲਾਂ ਨਾਲੋਂ ਵੱਧ ਚੁੱਕਿਆ। ਉਹਦੀ ਇਨਕਮ ਲੋਕਾਂ ਦੀ ਸ਼ਾਇਦ ਉਹੀ ਹੈ, ਪਰ ਉਹਨਾਂ ਦੀ ਜਿਹੜੇ ਖਰਚੇ ਵੱਧ ਚੁੱਕੇ ਆ, ਚਾਹੇ ਆਪਾਂ ਜਿਹੜੀ ਗੈਸ ਪ੍ਰਾਈਸ ਲਾਈਏ ਜਾਂ ਆਪਣਾ ਗਰੋਸਰੀ ਪ੍ਰਾਈਸ ਲਾਈਏ, ਤੇ ਹਾਊਸਿੰਗ ਕਾਸਟ ਦਾ ਆਪਾਂ ਨੂੰ ਪਤਾ ਹੀ ਹੈ। ਸੋ ਉਹਨਾਂ ਨੇ ਆਉਣ ਸਾਲ ਜਿਹੜਾ ਇੱਕ ਕ੍ਰੈਡਿਟ ਦਿੱਤਾ ਜਿਹੜਾ ਇੰਡੀਵਿਜੂਅਲ ਲੋਕਾਂ ਨੂੰ, ਮੈਨੂੰ ਉਹਦੀ ਮੁਕੰਮਲ ਤਫਸੀਲ ਤਾਂ ਨਹੀਂ ਗਾ, ਪਰ ਇੰਡੀਵਿਜੂਅਲ ਲੋਕਾਂ ਦੇ ਫੈਮਿਲੀ ਨੂੰ ਉਹਨਾਂ ਨੇ ਕ੍ਰੈਡਿਟ ਦਿੱਤਾ, ਜਿਹੜੇ ਪੈਸੇ ਜਿਹੜੇ ਲੋਕਾਂ ਨੂੰ ਜਾਣਗੇ ਚੈੱਕ। ਉਸ ਤੋਂ ਇਲਾਵਾ ਉਹਨਾਂ ਨੇ ਬਿਜ਼ਨਸ ਨੂੰ ਦਿੱਤਾ, ਜਿਹੜਾ ਸਮਾਲ ਬਿਜ਼ਨਸ ਆ ਉਹਨਾਂ ਦੇ ਲਈ ਜਿਹੜਾ ਇੱਕ ਕ੍ਰੈਡਿਟ ਦਿੱਤਾ ਉਹਨਾਂ ਨੇ, ਤਾਂ ਕਿ ਲੋਕਾਂ ਦੀ ਅਫੋਰਡੇਬਿਲਟੀ ਦੇ ਵਿੱਚ ਜਿਹੜੀ ਉਹ ਮਦਦ ਕੀਤੀ ਜਾ ਸਕੇ। ਉਹਨਾਂ ਦਾ ਪਹਿਲਾ ਕਦਮ, ਜਿਹੜਾ ਪਹਿਲਾ ਐਕਸ਼ਨ ਸੀਗਾ, ਜਦੋਂ ਉਹਨਾਂ ਨੇ ਸਹੁੰ ਚੁੱਕੀ, ਜਿਹੜੇ ਉਸੇ ਦਿਨ ਹੀ ਜਿਹੜਾ ਉਹਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਵੱਡੇ ਐਲਾਨ ਜਿਹੜੇ ਹੋਰ ਕੀਤੇ ਆ, ਔਰ ਅਫੋਰਡੇਬਿਲਟੀ ਦੀ ਆਪਣਾ ਲਾਈਨ ਦੇ ਵਿੱਚ ਹੀ ਉਹਨਾਂ ਨੇ ਚਾਈਲਡ ਕੇਅਰ ਵੀ ਉਹਦੇ ਵਾਸਤੇ ਵੀ ਕਾਫੀ ਜਿਹੜੇ ਐਲਾਨ ਕਰਕੇ ਲੋਕਾਂ ਦੇ ਲਈ ਚਾਈਲਡ ਕੇਅਰ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਬਹੁਤ ਸਸਤਾ ਕੀਤਾ। ਕਾਫੀ ਵੱਡੀ ਜਿਹੜੀ ਉਹਦੀ ਤਬਦੀਲੀ ਕੀਤੀ ਹੈ, ਤਾਂ ਕਿ ਜਿਹੜੇ ਯੰਗ ਪੇਰੈਂਟਸ ਨੇ ਉਹਨਾਂ ਵਾਸਤੇ ਜਿਹੜਾ ਚਾਈਲਡ ਕੇਅਰ ਹੈ, ਜਿਹੜਾ ਡੇ ਕੇਅਰ ਹੈ, ਉਹ ਇੰਨਾ ਕੋਸਟਲੀ ਨਾ ਹੋਵੇ ਕਿ ਉਹਨਾਂ ਦੇ ਲਈ ਜਿਹੜਾ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਅਫੋਰਡੇਬਿਲਟੀ ਕੰਪਰੋਮਾਈਜ਼ ਹੋਵੇ। ਸੋ ਉਹਨਾਂ ਨੇ ਚਾਰੇ ਜਿਹੜੇ ਮੇਨ ਮੁੱਦੇ ਜੀ ਲੋਕਾਂ ਦੇ, ਉਹਦੇ ਪ੍ਰਤੀ ਵੱਡੇ ਐਕਸ਼ਨ ਆਉਣ ਸਾਰ ਲਏ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਹਿਲੇ 100 ਦਿਨ ਜਿਹੜਾ 100 ਦਿਨ ਦੀ ਪਲਾਨ ਉਹਨਾਂ ਨੇ ਕਹੀ ਹੈ। ਹਾਲੇ ਤਾਂ ਬਾਹਲੇ ਦਿਨ ਨਹੀਂ ਹੋਏ, ਹਾਲੇ 100 ਦਿਨ ਦੇ ਵਿੱਚ ਹੋਰ ਬੜੇ ਜਿਹੜੇ ਐਲਾਨ ਉਹ ਕਰਨ ਜਾ ਰਹੇ ਨੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ, ਤਾਂ ਕਿ ਜਿਹੜਾ BC ਦੇ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਦੇ ਉੱਤੇ ਅਸੀਂ ਲੋਕਾਂ ਨੂੰ ਜਿਹੜੇ ਵਿਜ਼ੀਬਲ ਰਿਜ਼ਲਟ ਜਿਹੜੇ ਹੈਗੇ ਉਹ ਪੇਸ਼ ਕਰ ਸਕੀਏ। ਜੀ ਬਿਲਕੁਲ, BC ਦੇ ਲੋਕ ਅਜੇ ਜਿਹੜੇ ਨੇ ਉਹ ਦੇਖ ਰਹੇ ਨੇ ਕਿ ਕੀ ਕੁਝ ਹੋ ਰਿਹਾ, ਕਿਉਂਕਿ ਚਾਹੇ ਉਹ ਫਾਰਮਰਸ ਦਾ ਮੁੱਦਾ ਹੋਵੇ, ਚਾਹੇ ਉਹ ਆਮ ਲੋਕਾਂ ਦਾ ਮੁੱਦਾ ਹੋਵੇ, ਜਿਹੜੇ ਲੋਕ ਮਹਿੰਗਾਈ ਦੇ ਨਾਲ ਜੂਝ ਰਹੇ ਨੇ, ਇੰਟਰਸਟ ਰੇਟ ਵੱਧ ਰਹੇ ਨੇ, ਅਫੋਰਡੇਬਿਲਟੀ ਦੀ ਸਮੱਸਿਆ, ਇਹ ਮੇਨ ਮੁੱਦੇ ਨੇ। ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਵੀ ਹੌਲੀ ਹੌਲੀ ਕੰਮ ਕਰ ਰਹੀ ਹੈ, ਕਿਉਂਕਿ ਸਰਕਮਸਟੈਂਸ ਚੇਂਜ ਹੋ ਰਹੇ ਨੇ। ਇੱਕੋਦਮ ਪੈਂਡੈਮਿਕ ਦਾ ਆਉਣਾ, ਫਿਰ ਰਿਲੀਫ ਹੋਣਾ, ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਚਾਹੇ ਗੈਸ ਪ੍ਰਾਈਸ ਵਧਣੀ ਹੋਣ, ਚਾਹੇ ਬਹੁਤ ਪ੍ਰਾਈਸ ਲੋ ਹੋ ਗਈਆਂ ਨੇ, ਪਰ ਫਿਰ ਵੀ ਜਿਹੜਾ ਫੂਡ ਪ੍ਰਾਈਸ ਆ ਲੋਕਾਂ ਦੀ ਉਹ ਵੱਧਦੀ ਜਾ ਰਹੀ ਹੈ। ਬਹੁਤ ਸਾਰੇ ਮੁੱਦੇ ਲੈ ਕੇ ਤੁਹਾਡੇ ਆਫਿਸ ਦੇ ਵਿੱਚ ਵੀ ਲੋਕ ਆਉਂਦੇ ਹੋਣਗੇ। ਹੁਣ ਐਜ਼ ਅ MLA ਤੇ ਨਾਲ ਹੁਣ ਐਜ਼ ਅ ਮਿਨਿਸਟਰ ਤੁਹਾਡੀ ਜਿਹੜੀ ਹੈ ਉਹ ਡਿਊਟੀ, ਮਿਨਿਸਟਰ ਆਫ ਸਟੇਟ, ਤੁਹਾਡੀ ਡਿਊਟੀ ਜਿਹੜੀ ਆ ਹੋਰ ਵੱਧ ਗਈ ਹੈ। ਕਿਵੇਂ ਤੁਸੀਂ ਇਹ ਬੈਲੈਂਸ ਕਰੋਗੇ? ਉਹ ਲੋਕ ਜਿਹੜੇ ਆਉਂਦੇ ਰਹਿਣਗੇ ਇਸੇ ਤਰ੍ਹਾਂ ਆਪਣੀਆਂ ਜਿਹੜੇ ਕੋਈ ਵੀ ਸਵਾਲ ਨੇ ਉਹ ਲੈ ਕੇ ਆਫਿਸ ਦੇ ਵਿੱਚ? ਜੀ ਬਿਲਕੁਲ ਜੀ, ਮੇਰੇ ਜਿਹੜੀ ਕੰਸਟੀਟਿਊਂਸੀ ਆਫਿਸ ਹੈਗਾ ਜਿਹੜਾ MLA ਦਾ,
ਜਿਹੜਾ ਆਫਿਸ ਆ ਉਹ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਬਕਾਇਦਾ ਤੌਰ ਦੇ ਉੱਤੇ ਕੰਮ ਕਰਦਾ ਰਹੂਗਾ, ਬਲਕਿ ਉੱਥੇ ਵੱਧ ਕੰਮ ਹੋਊਗਾ ਕਿਉਂਕਿ ਹੁਣ ਮੇਰੇ ਕੋਲ ਥੋੜੀ ਸਟਾਫ ਵੀ ਵਧਣਾ ਔਰ ਉੱਥੇ ਆ ਕੇ ਲੋਕ ਜਿਵੇਂ ਪਹਿਲਾਂ ਦੀ ਤਰ੍ਹਾਂ ਆਉਂਦੇ ਸੀ ਉਵੇਂ ਆ ਸਕਦੇ। ਉੱਥੇ ਆ ਕੇ ਲੋਕ ਜਿਵੇਂ ਪਹਿਲਾਂ ਦੀ ਤਰ੍ਹਾਂ ਮੈਨੂੰ ਮਿਲਦੇ ਸੀ, ਮੈਂ ਉਸੇ ਤਰੀਕੇ ਨਾਲ ਲੋਕਾਂ ਨੂੰ ਮਿਲਦਾ ਰਹੂੰਗਾ। ਜਿਹੜਾ ਆਫਕੋਰਸ ਅਸੀਂ ਅਪਾਇੰਟਮੈਂਟ ਲਾ ਕੇ ਮਿਲਦੇ ਹਾਂ ਤਾਂ ਕਿ ਸਾਨੂੰ ਪਤਾ ਹੋਵੇ ਕਿ ਕਿਸੇ ਦਾ ਮੁੱਦਾ ਕੀ ਹੈ, ਤਾਂ ਕਿ ਉਹਦੀ ਜਾਣਕਾਰੀ ਸਾਡੇ ਕੋਲ ਆਉਣ ਤੋਂ ਪਹਿਲਾਂ ਸਾਰੀ ਅਸੀਂ ਇਕੱਠੀ ਕਰ ਸਕੀਏ ਮਹਿਕਮੇ ਤੋਂ। ਤੇ ਮੇਰੀ ਐਕਸੈਸ ਜਿਹੜੀ ਲੋਕਾਂ ਤੱਕ ਅਵੇਲੇਬਿਲਿਟੀ ਵੀ ਉਵੇਂ ਰਹਿਣੀ ਹੈ ਜੀ। ਔਰ ਉਸ ਤੋਂ ਇਲਾਵਾ ਜਿਹੜੇ ਮੁੱਦੇ ਹੁਣ ਜਿਹੜੇ ਮੇਰੇ ਆਪਣੇ ਮਿਨਿਸਟਰੀ ਪਾਰਟ ਦੇ ਹੈਗੇ ਆ, ਉਹਨਾਂ ਦੇ ਉੱਤੇ ਮੈਂ ਆਪਣੀ ਤਨਦੇਹੀ ਦੇ ਨਾਲ ਕੰਮ ਕਰੂੰਗਾ। ਇਨਫੈਕਟ ਜਿਹੜੀ ਪਹਿਲਾ ਜਿਹੜਾ ਮੈਂ ਇਵੈਂਟ ਅਟੈਂਡ ਕਰਨ ਜਾ ਰਿਹਾ ਅਗਲੇ ਹਫਤੇ, ਉਹ ਕੋਈ ਟ੍ਰੇਡ ਮਿਸ਼ਨ ਬਾਹਰੋਂ ਆ ਰਿਹਾ, ਉਹ ਮੈਂ ਅਟੈਂਡ ਕਰਨ ਜਾ ਰਿਹਾ। ਮੈਂ ਬੜੀ ਤੇਜ਼ੀ ਦੇ ਨਾਲ ਇਸ ਫਾਈਲ ਨੂੰ ਬੜੀ ਸੀਰੀਅਸ ਲੈ ਕੇ ਜਿਹੜਾ ਇਹਦੇ ਤੇ ਕੰਮ ਕਰਨਾ, ਤਾਂ ਕਿ ਜਿਹੜਾ ਅਸੀਂ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰ ਸਕੀਏ, ਲੋਕਾਂ ਦੇ ਲਈ ਗੁੱਡ ਜੌਬਸ ਪੈਦਾ ਕਰ ਸਕੀਏ। ਜੀ ਬਿਲਕੁਲ। ਬਰਾੜ ਸਾਹਿਬ, ਈਅਰ ਐਂਡ ਹੈਗਾ ਆ ਤੇ ਈਅਰ ਐਂਡ ਦੇ ਉੱਤੇ ਕੀ ਮੈਸੇਜ ਦੇਣਾ ਚਾਹੋਗੇ ਕਿ ਆਉਣ ਵਾਲੇ ਸਾਲ 'ਚ 2023 ਦੇ ਵਿੱਚ ਕਿਹੜਾ ਕੰਮ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ, ਤੁਹਾਡੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਤੇ ਕੀ ਮੈਸੇਜ ਹੈ ਜੀ ਵਿਊਅਰਸ ਦੇ ਲਈ? ਬਹੁਤ ਅੱਛਾ ਸਵਾਲ ਹੈ ਤੁਹਾਡਾ ਅਰਸ਼ਦੀਪ। ਉਹਦੇ 'ਚ ਇਹ ਹੈਗਾ ਕਿ ਵੀ ਪਹਿਲੀ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਕਿ BC ਜਿਹੜਾ ਸੂਬਾ ਇਸ ਵੇਲੇ, ਚਾਹੇ ਅਸੀਂ ਬਹੁਤ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਚੁੱਕੇ ਹਾਂ ਤੇ ਹਾਲੇ ਗੁਜ਼ਰ ਵੀ ਰਹੇ ਹਾਂ। ਜਦੋਂ ਆਪਾਂ ਕੋਵਿਡ ਦੀ ਗੱਲ ਕਰਦੇ ਹਾਂ, ਕੋਵਿਡ ਦਾ ਇੰਪੈਕਟ ਅੱਜ ਵੀ ਹੈਗਾ ਸਾਡੇ ਹੈਲਥ ਕੇਅਰ ਸਿਸਟਮ ਦੇ ਉੱਤੇ, ਬਹੁਤ ਵੱਡਾ ਇੰਪੈਕਟ ਹੈ। ਉਹਦਾ ਕਾਰਨ ਹੈ ਇੱਕ, ਜਿਹਦੇ ਕਰਕੇ ਸਾਡੀ ਜਿਹੜੀ ਵੇਟਿੰਗ ਲਾਈਨ ਹੈਗੀ ਹੈ ਉਹ ਜ਼ਿਆਦਾ ਵਧਿਆ ਹੋਇਆ। ਔਰ ਉਹਦੇ ਨਾਲ ਮੈਂ ਗੱਲ ਕਹਿਣੀ ਚਾਹੁੰਦਾ ਕਿ ਪਰ ਇਹਦੇ ਬਾਵਜੂਦ ਵੀ ਚਾਹੇ ਅਸੀਂ ਕੋਵਿਡ ਦੇ ਵਿੱਚੋਂ ਗੁਜ਼ਰੇ ਹਾਂ, BC ਜਿਹੜਾ ਇਸ ਵੇਲੇ ਬੈਸਟ ਪੋਜੀਸ਼ਨ ਦੇ ਵਿੱਚ ਹੈਗਾ ਜਿਹੜਾ ਔਖੇ ਸਮੇਂ ਨੂੰ ਜਿਹੜਾ ਸੌਖੇ ਢੰਗ ਨਾਲ ਲੰਘਾਉਣ ਵਾਸਤੇ। ਮੈਂ ਉਹਦਾ ਕਾਰਨ ਇਹ ਦੱਸਦਾ ਕਿਉਂਕਿ BC ਦੇ ਵਿੱਚ ਇਸ ਵੇਲੇ ਬੈਸਟ ਜਿਹੜੀ ਸਾਡੀ ਇਕੋਨਮੀ ਹੈਗੀ ਹੈ, ਮੁਲਕ ਭਰ ਦੇ ਵਿੱਚ ਸਾਡੀ ਜਿਹੜੀ ਅਨਪਲਾਇਮੈਂਟ ਰੇਟ ਜਿਹੜਾ ਹੈਗਾ ਉਹ ਲੋਐਸਟ ਆਈ ਥਿੰਕ 5% ਦੇ ਕਰੀਬ ਹੈਗਾ। ਤੇ ਬੈਸਟ ਸਾਡੀ ਇਕੋਨਮੀ ਹੈ। ਸਾਡੇ ਸੂਬੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਅੱਜ ਵੀ ਬਾਹਰੋਂ ਲੋਕ ਬਹੁਤ ਜ਼ਿਆਦਾ ਆ ਰਹੇ ਨੇ। ਪਿਛਲੇ ਸਾਲ 1,07,000 ਲੋਕ BC ਸੂਬੇ ਦੇ ਵਿੱਚ ਆਏ। ਆਫਕੋਰਸ ਉਹ ਤਾਂ ਆ ਰਹੇ ਨੇ ਕਿ ਇੱਥੇ ਖੁਸ਼ਹਾਲੀ ਹੈ, ਉਹਦੇ ਨਾਲ ਸਾਡੇ ਚੈਲੰਜ ਵੀ ਵੱਧਦੇ ਆ, ਚਾਹੇ ਉਹ ਹਾਊਸਿੰਗ ਦਾ ਚੈਲੰਜ ਹੋਵੇ ਜਾਂ ਹੋਰ। ਔਰ ਇਸ ਸਾਲ ਜਿਹੜੇ ਹੁਣ ਤੱਕ ਦੇ ਅੰਕੜੇ ਨੇ ਉਹਨਾਂ ਮੁਤਾਬਕ ਸਾਡੇ ਮਿਸਾਲ ਦੇ ਤੌਰ ਤੇ ਅਲਬਰਟਾ ਤੋਂ ਇੱਥੇ ਬੰਦੇ ਜਿਹੜੇ ਲੋਕ ਬਹੁਤ ਆ ਰਹੇ ਆ। ਇਸ ਸਾਲ ਦੇ ਜਿਹੜੇ ਅੰਕੜੇ ਨੇ ਉਹ ਪਿਛਲੇ ਸਾਲ ਨੂੰ ਵੀ ਵੱਧ ਲੱਗਦਾ। ਸੋ ਬੜੀ ਤੇਜ਼ੀ ਦੇ ਨਾਲ ਲੋਕ ਬਾਹਰੋਂ ਆ ਰਹੇ ਆ। ਔਰ ਉਹਦੇ 'ਚ ਜਿਹੜੀ BC ਜਿਹੜਾ ਬੈਸਟ ਪੋਜੀਸ਼ਨ ਹੈਗਾ ਕਿਉਂਕਿ ਸਾਡੀ ਇਕੋਨਮੀ ਬਹੁਤ ਸਟਰੋਂਗ ਹੈ, ਸਾਡੀ ਅਨਪਲਾਇਮੈਂਟ ਰੇਟ ਸਾਡਾ ਬੜਾ ਅੱਛਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲੇ ਸਾਲ ਜਿਹੜਾ ਮੈਂ ਕਿਹਾ ਪਹਿਲੇ 100 ਦਿਨ ਦੇ ਵਿੱਚ ਤੇ ਉਸ ਤੋਂ ਬਾਅਦ ਅਗਲੇ ਸਾਲ ਜਿਹੜੇ 3 ਭਖਦੇ ਮੁੱਦੇ ਨੇ ਲੋਕਾਂ ਦੇ, ਉਹਨਾਂ ਦੇ ਵਿੱਚ ਇਸ ਵੇਲੇ ਪਬਲਿਕ ਸੇਫਟੀ ਦਾ ਬੜਾ ਵੱਡਾ ਮੁੱਦਾ ਹੈਗਾ ਲੋਕਾਂ ਦਾ। ਚਾਹੇ ਉਹ ਆਪਾਂ ਸਰੀ ਦੀ ਗੱਲ ਕਰੀਏ, ਵੈਨਕੂਵਰ ਦੀ ਗੱਲ ਕਰੀਏ, ਔਰ ਉਸ ਜਿਹੜਾ ਇਸ਼ੂ ਦੇ ਉੱਤੇ ਪਬਲਿਕ ਸੇਫਟੀ ਦੇ ਉੱਤੇ ਬਹੁਤ ਐਕਸ਼ਨ ਲਏ ਜਾ ਚੁੱਕੇ ਆ, ਹੋਰ ਲਏ ਜਾਣਗੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਨੂੰ ਪਬਲਿਕ ਜਿਹੜਾ ਸੇਫ ਬਣਾਇਆ ਜਾ ਸਕੇ। ਹੈਲਥ ਕੇਅਰ ਦਾ ਮੁੱਦਾ ਬਹੁਤ ਵੱਡਾ ਜੀ, ਇਹਦੇ ਤੇ ਕਾਫੀ ਜਿਹੜੇ ਫੈਸਲੇ ਕੀਤੇ ਜਾ ਚੁੱਕੇ ਆ, ਹੋਰ ਕੀਤੇ ਜਾਣਗੇ। ਜਿਹੜੇ ਕੀਤੇ ਜਾ ਚੁੱਕੇ ਫੈਸਲੇ ਉਹ ਲਾਗੂ ਕੀਤੇ ਜਾਣਗੇ ਤਾਂ ਕਿ ਜਿਹੜਾ ਲੋਕਾਂ ਨੂੰ ਜਿਹੜਾ ਫੈਮਿਲੀ ਫਿਜ਼ੀਸ਼ੀਅਨ ਮਿਲ ਸਕੇ, ਲੋਕਾਂ ਨੂੰ ਜਿਹੜਾ ਵੇਟ ਲਾਈਨ ਲੋਕਾਂ ਦੀਆਂ ਕੱਟਣ ਵਧੀਆ ਜਿਹੜਾ ਉਹਨੂੰ ਹੈਲਥ ਕੇਅਰ ਸਿਸਟਮ ਦਿੱਤਾ ਜਾ ਸਕੇ। ਇਸੇ ਤਰੀਕੇ ਨਾਲ ਹਾਊਸਿੰਗ ਦਾ ਮਸਲਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਹਾਊਸਿੰਗ ਪਰਮਿਟ ਦਾ ਜਿਹੜਾ ਮਸਲਾ ਹੈ ਉਹਦੇ ਵਿੱਚ ਕਾਫੀ ਸੁਧਾਰ ਜਿਹੜਾ ਆਵੇ। ਬੜੀ ਤੇਜ਼ੀ ਦੇ ਨਾਲ ਜਿਹੜੇ ਲੋਕ ਜਿਹੜੇ ਘਰ ਬਣਾਉਣਾ ਚਾਹੁੰਦੇ ਜਾਂ ਸਬ ਡਿਵੀਜ਼ਨ ਬਣਾਉਣਾ ਚਾਹੁੰਦੇ ਉਹਨਾਂ ਨੂੰ ਪਰਮਿਟ ਜਿਹੜੇ ਬੜੇ ਤੇਜ਼ੀ ਦੇ ਨਾਲ ਮਿਲਣ। ਇਹਦੇ ਉੱਤੇ ਵੀ ਬੜੀ ਤੇਜ਼ੀ ਦੇ ਨਾਲ ਕੰਮ ਕੀਤਾ ਜਾਣਾ। ਔਰ ਉਸ ਤੋਂ ਇਲਾਵਾ ਜਿਹੜਾ ਆਫਕੋਰਸ ਜਿਹੜੇ ਬਾਕੀ ਦੇ ਮਸਲੇ ਨੇ, ਜਿਵੇਂ ਮੇਰਾ ਆਪਣਾ ਜਿਹੜਾ ਮਹਿਕਮਾ ਉਹਦੇ ਵਿੱਚ ਜਿਹੜੀ ਟ੍ਰੇਡ ਦੀ ਗੱਲ ਹੈਗੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਿਹੜਾ ਟ੍ਰੇਡ ਆ ਉਹਦੀ ਡਿਵਰਸੀਫਿਕੇਸ਼ਨ ਕਰਕੇ ਜਿਹੜਾ BC ਦਾ ਜਿਹੜਾ ਮੁਕੰਮਲ ਬਿਜ਼ਨਸ ਆ ਉਹਦੇ ਲਈ ਜਿਹੜੀਆਂ ਹੋਰ ਅਪਰਚੁਨਿਟੀ ਪੈਦਾ ਕਰੀਏ ਕਿ ਅਸੀਂ BC ਦੀਆਂ ਜਿਹੜੀਆਂ BC ਦੇ ਵਿੱਚ ਮੇਡ ਇਨ BC ਗੁੱਡਸ ਤੇ ਸਰਵਿਸ ਨੇ ਉਹਨਾਂ ਨੂੰ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਲੈ ਕੇ ਜਾ ਸਕੀਏ, ਜਿਹਦੇ ਨਾਲ ਸਾਡੀ ਇੱਥੇ ਇਕੋਨਮੀ ਵੀ ਮਜ਼ਬੂਤ ਕਰ ਸਕੀਏ ਤੇ ਇੱਥੇ ਜੌਬਾਂ ਵੀ ਪੈਦਾ ਕਰ ਸਕੀਏ। ਜੀ ਬਿਲਕੁਲ। ਇੱਕ ਵਾਰੀ ਫਿਰ ਤੋਂ ਧੰਨਵਾਦ ਤੁਹਾਡਾ, ਬਹੁਤ ਇੱਕ ਵਾਰੀ ਫਿਰ ਤੋਂ ਕੰਗ੍ਰੈਚੁਲੇਸ਼ਨ ਔਨ ਬਿਹਾਫ ਆਫ एवरीवन। ਥੈਂਕ ਯੂ ਸੋ ਮਚ, ਕੀਪ ਅਪ ਦ ਗੁੱਡ ਵਰਕ। ਅਰਸ਼ਜੀਤ, ਤੁਹਾਡਾ ਤੇ ਤੁਹਾਡੇ ਸਾਰੇ ਜਿਹੜਾ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ, ਬਹੁਤ ਸ਼ੁਕਰੀਆ ਜੀ।
ਇਹ ਸਨ MLA ਜਗਰੂਪ ਬਰਾੜ, ਮਿਨਿਸਟਰ ਆਫ ਟ੍ਰੇਡ ਨੇ, ਸਟੇਟ ਟ੍ਰੇਡ ਨੇ, ਤੇ ਇਹਨਾਂ ਦੇ ਦੁਆਰਾ ਦੱਸਿਆ ਗਿਆ ਕਿ ਕਿਹੜੇ-ਕਿਹੜੇ ਕੰਮ ਕੀਤੇ ਜਾਣਗੇ, ਕਿਹੜੇ-ਕਿਹੜੇ ਮੁੱਦਿਆਂ ਉੱਤੇ ਫੋਕਸ ਕੀਤਾ ਜਾਵੇਗਾ। ਆਲਰੇਡੀ ਕੈਬਨਿਟ ਤੇ ਆਲਰੇਡੀ ਪ੍ਰੀਮੀਅਰ ਕੰਮ ਕਰਨ ਲੱਗ ਗਏ ਨੇ। BC ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਇੱਕ-ਇੱਕ ਕਰਕੇ ਕੰਮ ਕੀਤਾ ਜਾ ਰਿਹਾ। ਉਮੀਦ ਕਰਦੇ ਹਾਂ ਕਿ ਭਾਈਚਾਰਾ ਸੇਫ ਮਹਿਸੂਸ ਕਰੇ, ਭਾਈਚਾਰਾ ਖੁਸ਼ਹਾਲ ਰਵੇ। ਇਹੀ ਉਮੀਦ ਦੇ ਨਾਲ ਅਸੀਂ ਇਹੀ ਕਹਿਣਾ ਚਾਹਾਂਗੇ, ਤੁਹਾਡੀ ਕੋਈ ਫੀਡਬੈਕ ਹੈ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਇਓ। ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਇਸ ਨੂੰ ਜ਼ਰੂਰ ਦੱਸਿਓ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।